मेरे प्यारे देशवासियों, नमस्कार। कोरोना विश्व महामारी के खिलाफ लड़ते हुए आपां अनलॉक 2 विच प्रवेश कर रहे हाँ ਅਤੇ ਅਸੀਂ उस मौसम विच भी प्रवेश कर रहे हाँ जिस विच सर्दी, जुकाम, खांसी, बुखार ये सारे ना जाने की हुंदा है। ये मामले वध जांदे ने। अजिहे विच मेरी आप सब देशवासियों नूं बेनती है कि अजिहे समय विच अपना ध्यान रखो। साथियों, ये गल सही है कि जेकर कोरोना नाल होण वाली मौत दर नूं देखीए तां दुनिया के अनेकां देशां दी तुलना विच भारत संभली हुई स्थिति विच है। समय ते कीते गए लॉकडाउन अते होरनां फैसलिਆਂ ने भारत विच ਲੱਖਾਂ ਲੋਕਾਂ ਦਾ ਜੀਵਨ ਬਚਾਇਆ है। पर ਅਸੀਂ ਇਹ ਵੀ ਵੇਖ ਰਹੇ ਹਾਂ ਕਿ ਜਦੋਂ ਤੋਂ ਦੇਸ਼ ਵਿੱਚ ਅਨਲੌਕ 1 ਹੋਇਆ ਹੈ, ਵਿਅਕਤੀਗਤ ਅਤੇ ਸਮਾਜਿਕ ਵਿਵਹਾਰ ਵਿੱਚ ਲਾਪਰਵਾਹੀ ਜ਼ਰਾ ਵੱਧਦੀ ਜਾ ਰਹੀ ਹੈ। ਪਹਿਲਾਂ ਅਸੀਂ ਮਾਸਕ ਨੂੰ ਲੈ ਕੇ, 2 ਗਜ਼ ਦੀ ਦੂਰੀ ਨੂੰ ਲੈ ਕੇ, 20 ਸਕਿੰਟਾਂ ਤੱਕ ਦਿਨ ਵਿੱਚ ਕਈ ਵਾਰ ਹੱਥ ਧੋਣ ਨੂੰ ਲੈ ਕੇ ਬਹੁਤ ਸੁਚੇਤ ਸੀ। ਪਰ ਅੱਜ ਜਦੋਂ ਸਾਨੂੰ ਜ਼ਿਆਦਾ ਚੌਕਸੀ ਦੀ ਲੋੜ ਹੈ ਤਾਂ ਲਾਪਰਵਾਹੀ ਦਾ ਵਧਣਾ ਬਹੁਤ ਹੀ ਚਿੰਤਾ ਦਾ ਕਾਰਨ ਹੈ। ਸਾਥੀਓ, ਲੌਕਡਾਊਨ ਦੇ ਦੌਰਾਨ ਬਹੁਤ ਗੰਭੀਰਤਾ ਨਾਲ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ। ਹੁਣ ਸਰਕਾਰਾਂ ਨੂੰ, ਸਥਾਨਕ ਸੰਸਥਾਵਾਂ ਨੂੰ, ਦੇਸ਼ ਦੇ ਨਾਗਰਿਕਾਂ ਨੂੰ ਫਿਰ ਤੋਂ ਉਸੇ ਤਰ੍ਹਾਂ ਦੀ ਚੌਕਸੀ ਦਿਖਾਉਣ ਦੀ ਲੋੜ ਹੈ। ਵਿਸ਼ੇਸ਼ ਕਰਕੇ ਕੰਟੇਨਮੈਂਟ ਜ਼ੋਨਾਂ, ਉਸ ਉੱਪਰ ਤਾਂ ਸਾਨੂੰ ਬਹੁਤ ਧਿਆਨ ਦੇਣਾ ਹੋਵੇਗਾ। ਜੋ ਵੀ ਲੋਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ, ਸਾਨੂੰ ਉਹਨਾਂ ਨੂੰ ਟੋਕਣਾ ਹੋਵੇਗਾ, ਰੋਕਣਾ ਹੋਵੇਗਾ ਅਤੇ ਸਮਝਾਉਣਾ ਵੀ ਹੋਵੇਗਾ। ਹੁਣੇ ਤੁਸੀਂ ਖਬਰਾਂ ਵਿੱਚ ਦੇਖਿਆ ਹੋਵੇਗਾ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੇ 13,000 ਰੁਪਏ ਦਾ ਜੁਰਮਾਨਾ ਇਸ ਲਈ ਲੱਗ ਗਿਆ ਕਿਉਂਕਿ ਉਹ ਜਨਤਕ ਸਥਾਨ ਤੇ ਮਾਸਕ ਪਹਿਨੇ ਬਿਨਾਂ ਗਏ ਸਨ। ਭਾਰਤ ਵਿੱਚ ਵੀ ਸਥਾਨਕ ਪ੍ਰਸ਼ਾਸਨ ਨੂੰ ਇਸੇ ਚੁਸਤੀ ਨਾਲ ਕੰਮ ਕਰਨਾ ਚਾਹੀਦਾ ਹੈ। ਇਹ 130 ਕਰੋੜ ਦੇਸ਼ਵਾਸੀਆਂ ਦੇ ਜੀਵਨ ਦੀ ਰਾਖੀ ਕਰਨ ਦਾ ਬਿਆਨ ਹੈ। ਭਾਰਤ ਵਿੱਚ ਪਿੰਡ ਦਾ ਪ੍ਰਧਾਨ ਹੋਵੇ ਜਾਂ ਦੇਸ਼ ਦਾ ਪ੍ਰਧਾਨ ਮੰਤਰੀ, ਕੋਈ ਵੀ ਨਿਯਮਾਂ ਤੋਂ ਉੱਪਰ ਨਹੀਂ ਹੈ। ਸਾਥੀਓ, ਲੌਕਡਾਊਨ ਦੇ ਦੌਰਾਨ ਦੇਸ਼ ਦੀ ਸਰਵਉੱਚ ਤਰਜੀਹ ਰਹੀ ਅਜਿਹੀ ਸਥਿਤੀ ਨਾ ਆਵੇ ਕਿ ਕਿਸੇ ਗਰੀਬ ਦੇ ਘਰ ਵਿੱਚ ਚੁੱਲ੍ਹਾ ਨਾ ਬਲੇ। ਕੇਂਦਰ ਸਰਕਾਰ ਹੋਵੇ, ਰਾਜ ਸਰਕਾਰਾਂ ਹੋਣ, ਸਿਵਲ ਸੁਸਾਇਟੀ ਦੇ ਲੋਕ ਹੋਣ, ਸਾਰਿਆਂ ਨੇ ਪੂਰਾ ਯਤਨ ਕੀਤਾ ਕਿ ਇੰਨੇ ਵੱਡੇ ਦੇਸ਼ ਵਿੱਚ ਸਾਡਾ ਕੋਈ ਵੀ ਗਰੀਬ ਭਰਾ ਭੈਣ ਭੁੱਖਾ ਨਾ ਸੌਵੇਂ। ਦੇਸ਼ ਹੋਵੇ ਜਾਂ ਵਿਅਕਤੀ, ਸਮੇਂ ਤੇ ਫੈਸਲੇ ਲੈਣ ਨਾਲ, ਸੰਵੇਦਨਸ਼ੀਲਤਾ ਨਾਲ ਫੈਸਲੇ ਲੈਣ ਨਾਲ ਕਿਸੇ ਵੀ ਸੰਕਟ ਦਾ ਮੁਕਾਬਲਾ ਕਰਨ ਦੀ ਸ਼ਕਤੀ ਅਨੇਕ ਗੁਣਾ ਵੱਧ ਜਾਂਦੀ ਹੈ। ਇਸ ਲਈ ਲੌਕਡਾਊਨ ਹੁੰਦੇ ਹੀ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਲੈ ਕੇ ਆਈ। ਇਸ ਯੋਜਨਾ ਦੇ ਤਹਿਤ ਗਰੀਬਾਂ ਦੇ ਲਈ ਪੌਣੇ 2 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ। ਸਾਥੀਓ, ਬੀਤੇ 3 ਮਹੀਨਿਆਂ ਵਿੱਚ 20 ਕਰੋੜ ਗਰੀਬ ਪਰਿਵਾਰਾਂ ਦੇ ਜਨਧਨ ਖਾਤਿਆਂ ਵਿੱਚ ਸਿੱਧੇ 31,000 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ। ਇਸ ਦੌਰਾਨ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,000 ਕਰੋੜ ਰੁਪਏ ਜਮ੍ਹਾਂ ਹੋਏ ਨੇ। ਇਸ ਦੇ ਨਾਲ ਹੀ ਪਿੰਡਾਂ ਵਿੱਚ ਕਿਰਤੀਆਂ ਨੂੰ ਰੁਜ਼ਗਾਰ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੁਜ਼ਗਾਰ ਅਭਿਆਨ ਤੇਜ਼ ਗਤੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੇ ਸਰਕਾਰ 50,000 ਕਰੋੜ ਰੁਪਏ ਖਰਚ ਕਰ ਰਹੀ ਹੈ। ਲੇਕਿਨ ਸਾਥੀਓ, ਇੱਕ ਹੋਰ ਵੱਡੀ ਗੱਲ ਹੈ ਜਿਸ ਨੇ ਦੁਨੀਆ ਨੂੰ ਵੀ हैरान कर दिता है, हैरानी विच डुबो दिता है। वो ये
ਕਿ ਕੋਰੋਨਾ ਨਾਲ ਲੜਦੇ ਹੋਏ ਭਾਰਤ ਵਿੱਚ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ 3 ਮਹੀਨੇ ਦਾ ਰਾਸ਼ਨ ਯਾਨੀ ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਕਣਕ ਜਾਂ ਚਾਵਲ ਮੁਫਤ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਤੀ ਪਰਿਵਾਰ ਹਰ ਮਹੀਨੇ 1 ਕਿਲੋ ਦਾਲ ਵੀ ਮੁਫਤ ਦਿੱਤੀ ਗਈ। ਯਾਨੀ ਇੱਕ ਤਰ੍ਹਾਂ ਨਾਲ ਦੇਖੀਏ ਤਾਂ ਅਮਰੀਕਾ ਦੀ ਕੁੱਲ ਜਨਸੰਖਿਆ ਨਾਲੋਂ 2.5 ਗੁਣਾ ਵਧੇਰੇ ਲੋਕਾਂ ਨੂੰ ਬਰਤਾਨੀਆ ਦੀ ਜਨਸੰਖਿਆ ਨਾਲੋਂ 12 ਗੁਣਾ ਵਧੇਰੇ ਲੋਕਾਂ ਨੂੰ ਅਤੇ ਯੂਰਪੀ ਯੂਨੀਅਨ ਦੀ ਆਬਾਦੀ ਤੋਂ ਲਗਭਗ ਦੁੱਗਣੇ ਤੋਂ ਜ਼ਿਆਦਾ ਲੋਕਾਂ ਨੂੰ ਸਾਡੀ ਸਰਕਾਰ ਨੇ ਮੁਫਤ ਅਨਾਜ ਦਿੱਤਾ ਹੈ। ਸਾਥੀਓ, ਅੱਜ ਮੈਂ ਇਸੇ ਨਾਲ ਜੁੜਿਆ ਇੱਕ ਮਹੱਤਵਪੂਰਨ ਐਲਾਨ ਕਰਨ ਜਾ ਰਿਹਾ ਹਾਂ। ਸਾਥੀਓ, ਸਾਡੇ ਇੱਥੇ ਵਰਖਾ ਰੁੱਤ ਦੇ ਦੌਰਾਨ ਅਤੇ ਉਸ ਦੇ ਬਾਅਦ ਮੁੱਖ ਤੌਰ 'ਤੇ ਖੇਤੀਬਾੜੀ ਸੈਕਟਰ ਵਿੱਚ, ਐਗਰੀਕਲਚਰ ਸੈਕਟਰ ਵਿੱਚ ਹੀ ਜ਼ਿਆਦਾ ਕੰਮ ਹੁੰਦਾ ਹੈ। ਹੋਰਨਾਂ ਦੂਜੇ ਸੈਕਟਰਾਂ ਵਿੱਚ ਥੋੜ੍ਹੀ ਸੁਸਤੀ ਰਹਿੰਦੀ ਹੈ। ਜੁਲਾਈ ਤੋਂ ਹੌਲੀ-ਹੌਲੀ ਤਿਉਹਾਰਾਂ ਦਾ ਮਾਹੌਲ ਬਣਨ ਲੱਗਦਾ ਹੈ। ਹੁਣ ਤੁਸੀਂ ਦੇਖਣਾ, ਹੁਣੇ 5 ਜੁਲਾਈ ਨੂੰ ਗੁਰੂ ਪੂਰਨਿਮਾ ਹੈ, ਫਿਰ ਸਾਉਣ ਸ਼ੁਰੂ ਹੋ ਰਿਹਾ ਹੈ, ਫਿਰ 15 ਅਗਸਤ ਆਏਗੀ, ਰੱਖੜੀ ਆਵੇਗੀ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਆਵੇਗੀ, ਗਣੇਸ਼ ਚਤੁਰਥੀ ਆਵੇਗੀ, ਓਣਮ ਹੋਵੇਗਾ ਅਤੇ ਅੱਗੇ ਜਾਈਏ ਤਾਂ ਕਾਟੀ ਬੀਹੂ ਹੈ, ਨਰਾਤੇ ਹਨ, ਦੁਰਗਾ ਪੂਜਾ ਹੈ, ਦੁਸਹਿਰਾ ਹੈ, ਦੀਵਾਲੀ ਹੈ, ਛਠੀ ਮਾਤਾ ਦੀ ਪੂਜਾ ਹੈ। ਤਿਉਹਾਰਾਂ ਦਾ ਇਹ ਸਮਾਂ ਜ਼ਰੂਰਤਾਂ ਵੀ ਵਧਾਉਂਦਾ ਹੈ, ਖਰਚ ਵੀ ਵਧਾਉਂਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਹੁਣ ਦੀਵਾਲੀ ਅਤੇ ਛਠ ਪੂਜਾ ਤੱਕ ਯਾਨੀ ਨਵੰਬਰ ਮਹੀਨੇ ਦੇ ਅਖੀਰ ਤੱਕ ਕਰ ਦਿੱਤਾ ਜਾਵੇਗਾ। ਯਾਨੀ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਵਾਲੀ ਇਹ ਯੋਜਨਾ ਹੁਣ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਵਿੱਚ ਵੀ ਲਾਗੂ ਰਹੇਗੀ। ਸਰਕਾਰ ਵੱਲੋਂ ਇਹਨਾਂ 5 ਮਹੀਨਿਆਂ ਲਈ 80 ਕਰੋੜ ਤੋਂ ਜ਼ਿਆਦਾ ਗਰੀਬ ਭਰਾ ਭੈਣਾਂ ਨੂੰ ਹਰ ਮਹੀਨੇ ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਕਣਕ ਜਾਂ 5 ਕਿਲੋ ਚਾਵਲ ਮੁਫਤ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਹਰੇਕ ਪਰਿਵਾਰ ਨੂੰ ਹਰ ਮਹੀਨੇ 1 ਕਿਲੋ ਛੋਲੇ ਵੀ ਮੁਫਤ ਦਿੱਤੇ ਜਾਣਗੇ। ਸਾਥੀਓ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਇਸ ਵਿਸਥਾਰ ਵਿੱਚ 90,000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣਗੇ ਅਤੇ ਜੇਕਰ ਇਸ ਵਿੱਚ ਪਿਛਲੇ 3 ਮਹੀਨਿਆਂ ਦਾ ਖਰਚ ਵੀ ਜੋੜ ਦਈਏ ਤਾਂ ਇਹ ਤਕਰੀਬਨ 1.5 ਲੱਖ ਕਰੋੜ ਰੁਪਏ ਹੋ ਜਾਂਦਾ ਹੈ। ਹੁਣ ਪੂਰੇ ਭਾਰਤ ਦੇ ਲਈ ਅਸੀਂ ਇੱਕ ਸੁਪਨਾ ਦੇਖਿਆ ਹੈ। ਕਈ ਸੂਬਿਆਂ ਨੇ ਬਹੁਤ ਵਧੀਆ ਕੰਮ ਵੀ ਕੀਤਾ ਹੈ। ਬਾਕੀ ਸੂਬਿਆਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਇਸ ਕੰਮ ਨੂੰ ਅੱਗੇ ਵਧਾਉਣ। ਅਤੇ ਕੰਮ ਕੀ ਹੈ? ਹੁਣ ਪੂਰੇ ਭਾਰਤ ਦੇ ਲਈ ਇੱਕ ਰਾਸ਼ਨ ਕਾਰਡ ਦੀ ਵਿਵਸਥਾ ਵੀ ਹੋ ਰਹੀ ਹੈ। ਯਾਨੀ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ, ਵਨ ਨੇਸ਼ਨ, ਵਨ ਰਾਸ਼ਨ ਕਾਰਡ। ਇਸ ਦਾ ਸਭ ਤੋਂ ਵੱਡਾ ਲਾਭ ਉਹਨਾਂ ਗਰੀਬ ਸਾਥੀਆਂ ਨੂੰ ਮਿਲੇਗਾ ਜੋ ਰੁਜ਼ਗਾਰ ਜਾਂ ਦੂਜੀਆਂ ਜ਼ਰੂਰਤਾਂ ਲਈ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਜਾਂਦੇ ਨੇ, ਕਿਸੇ ਹੋਰ ਸੂਬੇ ਵਿੱਚ ਜਾਂਦੇ ਨੇ। ਸਾਥੀਓ, ਅੱਜ ਗਰੀਬ ਨੂੰ, ਲੋੜਵੰਦ ਨੂੰ ਸਰਕਾਰ ਜੇਕਰ ਮੁਫਤ ਅਨਾਜ ਦੇ ਪਾ ਰਹੀ ਹੈ ਤਾਂ ਉਸ ਦਾ ਵੱਡਾ ਸਿਹਰਾ ਮੁੱਖ ਤੌਰ 'ਤੇ 2 ਵਰਗਾਂ ਨੂੰ ਜਾਂਦਾ ਹੈ। ਪਹਿਲਾ, ਸਾਡੇ ਦੇਸ਼ ਦੇ ਮਿਹਨਤੀ ਕਿਸਾਨ, ਸਾਡੇ ਅੰਨਦਾਤਾ ਅਤੇ ਦੂਜਾ, ਸਾਡੇ ਦੇਸ਼ ਦੇ ਇਮਾਨਦਾਰ ਟੈਕਸ ਦੇਣ ਵਾਲੇ। ਤੁਹਾਡੀ ਮਿਹਨਤ, ਤੁਹਾਡਾ ਸਮਰਪਣ ਹੀ ਇਸ ਦੀ ਵਜ੍ਹਾ ਨਾਲ ਦੇਸ਼ ਇਹ ਮਦਦ ਕਰ ਪਾ ਰਿਹਾ ਹੈ। ਤੁਸੀਂ ਦੇਸ਼ ਦਾ ਅੰਨ ਭੰਡਾਰ ਭਰਿਆ ਹੈ। ਇਸ ਲਈ ਅੱਜ ਗਰੀਬ ਦਾ, ਮਜ਼ਦੂਰ ਦਾ ਚੁੱਲ੍ਹਾ ਬਲ ਰਿਹਾ ਹੈ। ਤੁਸੀਂ ਇਮਾਨਦਾਰੀ ਨਾਲ ਟੈਕਸ ਭਰਿਆ ਹੈ, ਆਪਣੀ ਜ਼ਿੰਮੇਦਾਰੀ ਨਿਭਾਈ ਹੈ। ਇਸ ਲਈ
ਅੱਜ ਦੇਸ਼ ਦਾ ਗਰੀਬ ਇੰਨੇ ਵੱਡੇ ਸੰਕਟ ਨਾਲ ਮੁਕਾਬਲਾ ਕਰ ਪਾ ਰਿਹਾ ਹੈ। ਮੈਂ ਅੱਜ ਹਰ ਗਰੀਬ ਦੇ ਨਾਲ ਹੀ ਦੇਸ਼ ਦੇ ਹਰ ਕਿਸਾਨ, ਹਰ ਟੈਕਸ ਦੇਣ ਵਾਲੇ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਉਹਨਾਂ ਨੂੰ ਸਿਜਦਾ ਕਰਦਾ ਹਾਂ। ਸਾਥੀਓ, ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਾਂਗੇ। ਅਸੀਂ ਗਰੀਬ, ਪੀੜਿਤ, ਦੱਬੇ ਕੁਚਲੇ, ਵਾਂਝੇ ਹਰ ਕਿਸੇ ਦਾ ਸ਼ਕਤੀਕਰਨ ਕਰਨ ਲਈ ਲਗਾਤਾਰ ਕੰਮ ਕਰਾਂਗੇ। ਅਸੀਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਆਰਥਿਕ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਵਾਂਗੇ। ਅਸੀਂ ਆਤਮ ਨਿਰਭਰ ਭਾਰਤ ਦੇ ਲਈ ਦਿਨ ਰਾਤ ਕੰਮ ਕਰਾਂਗੇ। ਅਸੀਂ ਸਾਰੇ ਲੋਕਲ ਦੇ ਲਈ ਵੋਕਲ ਹੋਵਾਂਗੇ। ਇਸੇ ਸੰਕਲਪ ਦੇ ਨਾਲ ਅਸੀਂ 130 ਕਰੋੜ ਦੇਸ਼ ਵਾਸੀਆਂ ਨੇ ਮਿਲ ਜੁਲ ਕੇ ਸੰਕਲਪ ਦੇ ਨਾਲ ਕੰਮ ਵੀ ਕਰਨਾ ਹੈ, ਅੱਗੇ ਵੀ ਵਧਣਾ ਹੈ। ਫਿਰ ਤੋਂ ਇੱਕ ਵਾਰ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ, ਤੁਹਾਡੇ ਲਈ ਵੀ ਪ੍ਰਾਰਥਨਾ ਕਰਦਾ ਹਾਂ, ਤੁਹਾਨੂੰ ਅਪੀਲ ਵੀ ਕਰਦਾ ਹਾਂ, ਤੁਸੀਂ ਸਾਰੇ ਸਿਹਤਮੰਦ ਰਹੋ, 2 ਗਜ਼ ਦੀ ਦੂਰੀ ਦਾ ਪਾਲਣ ਕਰਦੇ ਰਹੋ। ਗਮਛਾ, ਫੇਸ ਕਵਰ, ਮਾਸਕ ਇਹ ਹਮੇਸ਼ਾ ਇਸਤੇਮਾਲ ਕਰੋ, ਕੋਈ ਲਾਪਰਵਾਹੀ ਨਾ ਵਰਤੋ। ਇਸੇ ਅਪੀਲ, ਇਸੇ ਕਾਮਨਾ ਦੇ ਨਾਲ ਮੈਂ ਆਪ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ।